ਅੱਜ ਆਪਾਂ ਖੜੇ ਹਾਂ ਪਿੰਡ ਰੈਪਰ ਡੱਬਾ ਵਿਖੇ, ਜਿੱਥੇ ਦੇ ਨੌਜਵਾਨ ਸੁਖਦੇਵ ਸਿੰਘ ਰੈਪਰ ਡੱਬਾ ਬਹੁਤ ਹੀ ਮਸ਼ਹੂਰ ਨਾਂ ਛਿੰਝਾਂ ਦੇ ਵਿੱਚ, ਕਬੱਡੀ ਦੇ ਵਿੱਚ ਔਰ ਰੈਸਲਿੰਗ ਦੇ ਵਿੱਚ ਬੜੇ ਅਦਬ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਸੀਗਾ। ਅੱਜ ਉਹਨਾਂ ਦੀ ਬਰਸੀ ਦੇ ਉੱਤੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਵੱਖ-ਵੱਖ ਵਿਚਾਰਾਂ ਨੂੰ ਲੈ ਕੇ ਅੱਜ ਇੱਥੇ ਰੈਪਰ ਡੱਬਾ ਦੇ ਵਿੱਚ ਉਹਨਾਂ ਦੀ ਬਰਸੀ ਸਮਾਗਮ ਦੇ ਮੌਕੇ ਸਮਾਗਮ ਰੱਖਿਆ ਗਿਆ। ਉਸ ਸਮਾਗਮ ਦੇ ਜਿਹੜੇ ਆਰਗੇਨਾਈਜ਼ਰ ਨੇ ਅਮੋਲਕ ਸਿੰਘ ਪੰਜਾਬ ਲੋਕ ਸੱਭਿਆਚਾਰ ਮੰਚ ਦੇ ਮੈਂਬਰ ਨੇ। ਆਪਾਂ ਉਹਨਾਂ ਨਾਲ ਜਾਣਕਾਰੀ ਲੈਣੇ ਕਿ ਉਹਨਾਂ ਨੇ ਇਹ ਕਿਹੋ ਜਿਹੇ ਤਰੀਕੇ ਦੇ ਨਾਲ ਇਸ ਪਾਸੇ ਨੂੰ ਇੱਕ ਬਰਸੀ ਦੇ ਮੌਕੇ ਦੇ ਉੱਤੇ ਲੋਕ ਲਹਿਰ ਨੂੰ ਇਹਦੇ ਵਿੱਚ ਬਦਲਣ ਦੀ ਗੱਲ ਕੀਤੀ ਹੈ। ਜੀ, ਇਸ ਮੌਕੇ ਸਭ ਤੋਂ ਪਹਿਲਾਂ ਆਪਣੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਤਰ੍ਹਾਂ ਆਪਣਾ ਬਹੁਤ ਹੀ ਅਮੁੱਲਾ ਸਮਾਂ ਕੱਢਿਆ। ਅਸੀਂ ਸਾਡੇ ਕੋਲੋਂ ਵਿਛੜ ਗਏ ਸੁਖਦੇਵ ਸਿੰਘ ਰੈਪਰ ਡੱਬਾ ਜਿਹੜੇ ਕੁਸ਼ਤੀ ਕੋਚ ਸੀ, ਉਹਨਾਂ ਦੀ ਜ਼ਿੰਦਗੀ ਨੂੰ ਅਸੀਂ ਨਵੇਂ ਤਰੀਕੇ ਦੇ ਨਾਲ ਸਮਝਣ ਦਾ ਇੱਕ ਯਤਨ ਕੀਤਾ ਹੈ ਕਿ ਇੱਕ ਪਾਸੇ ਉਹ ਕੁਸ਼ਤੀ ਦੇ ਕੋਚ ਨੇ, ਉਹਨਾਂ ਨੇ ਉਸ ਕੁਸ਼ਤੀ ਦੇ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ, ਨਾਲ ਦੀ ਨਾਲ ਹੀ ਉਹ ਲੋਕਾਂ ਦੀ ਜ਼ਿੰਦਗੀ ਵਾਸਤੇ ਬਹੁਤ ਸੋਚਿਆ ਕਰਦੇ ਸੀ ਕਿ ਭਗਤ ਸਿੰਘ ਦਾ, ਗਦਰੀ ਬਾਬਿਆਂ ਦਾ ਇੱਕ ਸੁਪਨਿਆਂ ਦਾ ਸਮਾਜ ਜਿਹੜਾ ਉਹ ਬਣ ਨਹੀਂ ਸਕਿਆ, ਉਹਦੇ ਵਾਸਤੇ ਉਹ ਜੂਝਦੇ ਸੀ। ਤਾਂ ਇਸ ਮੌਕੇ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲਗਾਤਾਰ ਜੋ ਉਹਨਾਂ ਨੇ ਆਪਣੇ ਫਸਲ ਬੀਜੀ, ਉਹਨੂੰ ਬੂਟਾ ਲਾਉਣ ਵਾਸਤੇ, ਅੱਗੇ ਤੋਰਨ ਵਾਸਤੇ ਜੋ ਉਹਨਾਂ ਨੇ ਕੰਮ ਕਰਿਆ, ਅੱਜ ਦੇ ਸਮੇਂ 'ਚ ਅਸੀਂ ਇਹ ਸਮਾਗਮ ਖਾਸ ਕਰਕੇ ਇਸ ਕਿਸਮ ਦਾ ਰੂਪ ਦਿੱਤਾ ਇਹਨੂੰ ਕਿ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਅੱਜ ਦੇ ਮੰਗਦੇ ਅਤੇ ਭਖਦੇ ਸਵਾਲਾਂ ਨੂੰ ਯਾਦ ਕਰੀਏ। ਜਿਸ ਮੌਕੇ ਦੇ ਉੱਤੇ ਅੱਜ ਕਿਸਾਨੀ ਸੰਘਰਸ਼ ਚੱਲ ਰਿਹਾ, ਜਿਸ ਮੌਕੇ ਦਲਿਤ ਧੀਆਂ ਦੇ ਉੱਤੇ ਬਹੁਤ ਵੱਡੇ ਜ਼ਬਰ ਜ਼ੁਲਮ ਹੋ ਰਹੇ ਨੇ, ਜਿਸ ਮੌਕੇ ਦੇ ਉੱਤੇ ਇੱਥੋਂ ਦੀ ਸਾਡੀ ਸਿੱਖਿਆ, ਸਿਹਤ, ਸਾਡਾ ਰੁਜ਼ਗਾਰ ਸਾਰਾ ਕੁਝ ਖੋਇਆ ਜਾ ਰਿਹਾ, ਅਤੇ ਜਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਖੇਤ ਲੁੱਟ ਲਏ ਜਾਣਗੇ, ਸਾਡੀਆਂ ਫਸਲਾਂ ਲੁੱਟ ਲਈਆਂ ਜਾਣਗੀਆਂ ਬੁਰੀ ਤਰ੍ਹਾਂ ਦੇ ਨਾਲ, ਔਰ ਸਾਡੇ ਗੀਤ, ਸਾਡੀ ਮਾਂ ਬੋਲੀ, ਸਾਡਾ ਭੰਗੜਾ, ਸਾਡਾ ਇਤਿਹਾਸ, ਸਾਡਾ ਸਾਹਿਤ, ਸਾਡਾ ਸੱਭਿਆਚਾਰ ਅਤੇ ਸਾਡੀ ਜਵਾਨੀ, ਤਾਂ ਉਸ ਮੌਕੇ ਅਸੀਂ ਸੁਖਦੇਵ ਸਿੰਘ ਨੂੰ ਦੇ ਹਵਾਲੇ ਦੇ ਨਾਲ ਅਸਲ 'ਚ ਇਸ ਪੰਜਾਬ ਦੇ ਵਿੱਚ ਜਿਹੜਾ ਹਵਾ ਦਾ ਰੰਗ ਬਦਲਿਆ, ਜਿਸ ਮੌਕੇ ਅੱਜ ਸਿੰਗਰ ਗਾਇਕ ਵੀ ਮੈਦਾਨ 'ਚ ਆਏ ਨੇ, ਜਿਸ ਮੌਕੇ ਮਜ਼ਦੂਰ, ਕਿਸਾਨ, ਨੌਜਵਾਨ, ਵਿਦਿਆਰਥੀ ਮੈਦਾਨ 'ਚ ਆਏ ਨੇ, ਤਾਂ ਜਿਹੜੇ ਇੱਕ ਨਵਾਂ ਵਰਕਾ ਲਿਖ ਰਹੇ ਨੇ, ਭਗਤ ਸਿੰਘ ਵਾਲਾ ਵਰਕਾ, ਕਰਤਾਰ ਸਿੰਘ ਸਰਾਭੇ ਵਾਲਾ ਵਰਕਾ, ਇਸੇ ਨਗਰ ਦੇ ਬਹੁਤ ਵੱਡੇ ਗਦਰੀ ਭਾਈ ਰਤਨ ਸਿੰਘ ਰੈਪਰ ਡੱਬਾ ਵਾਲਾ ਵਰਕਾ। ਸੋ ਅੱਜ ਦੀ ਜਵਾਨੀ, ਜਿਹੜੀ ਜਵਾਨੀ ਕਿਸੇ ਸਮੇਂ ਭੈੜੇ ਗੀਤਾਂ 'ਚ ਗੁਆਚ ਗਈ ਸੀ, ਨਸ਼ਿਆਂ ਦੇ ਸਾਗਰ 'ਚ ਡੁੱਬ ਕੇ ਮਰਦੀ ਜਾ ਰਹੀ ਸੀ, ਜਿਹੜੀ ਇਹ ਜਵਾਨੀ 40-40 ਲੱਖ ਖਰਚ ਕੇ ਪਰਦੇਸਾਂ ਨੂੰ ਦੌੜ ਰਹੀ ਸੀ, ਉਹ ਜਵਾਨੀ ਅੱਜ ਮੋਰਚਿਆਂ 'ਤੇ ਆ। ਅੱਜ ਉਹ ਪੈਟਰੋਲ ਪੰਪਾਂ ਦੇ ਉੱਤੇ ਬੈਠੀ ਆ, ਅੱਜ ਉਹ ਟੋਲ ਪਲਾਜ਼ਿਆਂ ਦੇ ਉੱਤੇ ਬੈਠੀ ਆ, ਅੱਜ ਵੱਡੇ ਵੱਡੇ ਮਾਲ ਪਲਾਜ਼ੇ ਅਤੇ ਵੱਡੇ ਵੱਡੇ ਥਰਮਲ ਪਲਾਂਟ ਘੇਰ ਕੇ ਬੈਠੀ ਆ। ਸੋ ਅੱਜ ਉਹਨੂੰ ਇਹ ਪਤਾ ਲੱਗ ਗਿਆ ਕਿ ਆਉਣ ਵਾਲੇ ਸਮੇਂ ਸਾਡੀ ਮੌਤ ਦੇ ਜਿਹੜੇ ਵਾਰੰਟ ਲਿਖੇ ਜਾ ਰਹੇ ਨੇ। ਸੋ ਸੁਖਦੇਵ ਸਿੰਘ ਨੂੰ ਇਸ ਤੋਂ ਵੱਡਾ ਤਰੀਕਾ ਸਾਨੂੰ ਲੱਗਿਆ ਕਿ ਕੋਈ ਨਹੀਂ ਸੀ ਹੋ ਸਕਦਾ ਯਾਦ ਕਰਨ ਦਾ, ਕਿ ਅਸੀਂ ਵੱਡੇ ਦੁੱਖਾਂ ਦੀ ਬਾਤ ਪਾਈਏ। ਸਾਡਾ ਸੁਖਦੇਵ ਤੁਰ ਗਿਆ, ਬਹੁਤ ਦਰਦਾਂ ਦਾ ਪਹਾੜ ਸਾਡੇ 'ਤੇ ਡਿੱਗਿਆ, ਰੋਂਦੇ ਤਾਂ ਅਸੀਂ ਜ਼ਿੰਦਗੀ ਭਰ ਹੀ ਰਹੇ ਹਾਂ ਅਤੇ ਰਹਿਣਾ, ਪਰ ਇਸ ਰੋਗ ਨੂੰ, ਰੋਣ ਨੂੰ, ਇਸ ਸੋਗ ਨੂੰ, ਇਸ ਉਦਾਸੀ ਨੂੰ ਅਸੀਂ ਸੰਘਰਸ਼ ਦੇ ਵਿੱਚ ਬਦਲਣ ਦਾ ਯਤਨ ਕੀਤਾ। ਅਸੀਂ ਇੱਕ ਨਵੇਂ ਤਰੀਕੇ ਦੇ ਨਾਲ ਇੱਕ ਨਵਾਂ ਵਰਕਾ ਲਿਖਣ ਦਾ ਯਤਨ ਕੀਤਾ ਕਿ ਆਉਣ ਵਾਲੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਪਣੇ ਤੁਰਗਿਆਂ ਨੂੰ ਕਿਵੇਂ ਯਾਦ ਕਰੀਦਾ ਹੁੰਦਾ। ਉਹਨਾਂ ਦੀ ਯਾਦ ਦੇ ਵਿੱਚ ਕੋਈ ਗੇਟ ਬਣਾ ਦੇਣਾ ਅਤੇ ਪਰਸਨ ਨੂੰ ਆ ਕੇ ਕੋਈ ਦਾਰੂ ਪੀ ਕੇ ਕਿਸੇ ਨੇ ਟਰਾਲੀ ਮਾਰ ਕੇ ਢਾਹ ਦੇਣਾ, ਜਾਂ ਉਹਦੀ ਨਾਂ ਦੇ ਉੱਤੇ ਕੋਈ ਸੜਕ ਬਣਾ ਕੇ ਰੱਖ ਦੇਣੀ, ਇਸ ਦੀ ਬਜਾਏ ਅਸੀਂ ਇੱਕ ਕਿਤਾਬਾਂ ਲੋਕਾਂ 'ਚ ਲੈ ਕੇ ਜਾਈਏ, ਨਵੀਆਂ ਗੱਲਾਂ ਅਤੇ ਨਵੇਂ ਵਿਚਾਰ ਲੈ ਕੇ ਜਾਈਏ। ਸੋ ਅੱਜ ਅਸੀਂ ਜਿੱਥੇ ਸੁਖਦੇਵ ਨੂੰ ਯਾਦ ਕੀਤਾ, ਉੱਥੇ ਮੋਰਚਿਆਂ 'ਤੇ ਮਾਰੇ ਗਏ ਸਭਨਾਂ ਹੀ ਉਹਨਾਂ ਜਿਹੜੇ ਤੁਰ ਗਏ ਮੋਰਚਿਆਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਸਭਨਾਂ ਨੂੰ ਵੀ ਯਾਦ ਕੀਤਾ। ਜਿਸ ਮੌਕੇ ਸੁਖਦੇਵ ਨੂੰ ਯਾਦ ਕੀਤਾ, ਉਸ ਮੌਕੇ ਅਸੀਂ ਉਹਨਾਂ ਨੂੰ ਵੀ ਯਾਦ ਕੀਤਾ ਜਿਹੜੇ ਪਿਛਲੇ ਸਮੇਂ ਕਰੋਨਾ ਦੀ ਵਜ੍ਹਾ ਕਰਕੇ ਮਾਰੇ ਗਏ, ਅਤੇ ਜਿਨ੍ਹਾਂ ਨੂੰ ਇੱਕ ਹਕੂਮਤਾਂ ਵੱਲੋਂ ਮਾਸਕ ਵੀ ਇੱਕ ਨਸੀਬ ਨਹੀਂ ਹੋਇਆ। ਸੋ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਦੇ ਮੀਡੀਆ 'ਤੇ ਹਮਲੇ ਹੋ ਰਹੇ ਨੇ, ਜਿਸ ਤਰ੍ਹਾਂ ਦੇ ਪੱਤਰਕਾਰਾਂ 'ਤੇ ਹਮਲੇ ਹੋ ਰਹੇ ਨੇ, ਜਿਸ ਤਰ੍ਹਾਂ ਦੇ ਬੁੱਧੀਜੀਵੀਆਂ 'ਤੇ, ਲੇਖਕਾਂ 'ਤੇ, ਨਾਟਕਕਾਰਾਂ 'ਤੇ ਹਮਲੇ ਹੋ ਰਹੇ ਨੇ, ਸੋ ਸੁਖਦੇਵ ਨੂੰ ਇਸ ਤੋਂ ਵੱਡੀ ਗੱਲ ਯਾਦ ਕਰਨ ਦੀ ਹੋਰ ਕੀ ਹੋ ਸਕਦੀ ਸੀ ਕਿ ਅਸੀਂ ਲੋਕਾਂ ਨੂੰ ਇੱਕ ਤੀਜੀ ਅੱਖ ਦੇਈਏ, ਤੀਜੀ ਸੋਝੀ ਦੇਈਏ, ਉਹਨਾਂ ਦੇ ਮੱਥੇ 'ਚ ਚਮੁਖੀਆ ਚਿਰਾਗ ਬਾਲਣ ਦਾ ਅਸੀਂ ਯਤਨ ਕੀਤਾ। ਇਹੀ ਅਸੀਂ ਸਲਾਮ ਕੀਤੀ ਹੈ ਸਾਡੇ ਸੁਖਦੇਵ ਨੂੰ। ਇੱਕ ਵਾਰ ਫਿਰ ਤੁਹਾਡਾ ਸਭਨਾਂ ਦਾ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਬਹੁਤ ਹੀ ਖੁੱਲ੍ਹੇ ਵਿਚਾਰਾਂ ਦੇ ਨਾਲ ਇਹਨਾਂ ਨੇ ਆਪਣੀ ਗੱਲ ਰੱਖੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਜ਼ਰੂਰ ਬਦਲੇਗਾ, ਹਵਾ ਦਾ ਰੁੱਖ ਜ਼ਰੂਰ ਬਦਲੇਗਾ। ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਇਸ ਲੋਕ ਲਹਿਰ ਦੇ ਅੱਗੇ ਝੁਕਣਾ ਪਵੇਗਾ। ਜਿਹੜੀ ਇਹਨਾਂ ਨੇ ਗੱਲ ਬਰਸੀ ਦੀ ਰੱਖੀ ਹੈ, ਬਰਸੀ ਮੌਕੇ ਇੱਕ ਸਮਾਗਮ ਰੱਖਿਆ ਸੁਖਦੇਵ ਸਿੰਘ ਉਹਨਾਂ ਦਾ, ਅਤੇ ਉਹਨੂੰ ਦੇਖਦੇ ਹੋਏ ਇੱਕ ਨਵੀਂ ਲਹਿਰ ਚਲਾਉਣ ਦੀ ਗੱਲ ਕੀਤੀ ਹੈ। ਸਾਡੇ ਨਾਲ ਬਹੁਤ ਹੀ ਪ੍ਰਸਿੱਧ GNDU ਦੇ ਅੰਗਰੇਜ਼ੀ ਮਾਧਿਅਮ ਦੇ ਮੁਖੀ ਡਾਕਟਰ ਪਰਮਿੰਦਰ ਸਿੰਘ ਜੀ ਸਾਡੇ ਨਾਲ ਨੇ। ਅੱਜ ਇਹ ਵੀ ਪਿੰਡ ਰੈਪਰ ਡੱਬਾ ਵਿਖੇ ਸੁਖਦੇਵ ਸਿੰਘ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਆਏ ਨੇ।
ਔਰ ਸ਼ਰਧਾਂਜਲੀ ਦਾ ਤਰੀਕਾ ਜਿਹੜਾ ਇਸ ਵਾਰ ਵੱਖਰਾ ਅਪਣਾਇਆ ਗਿਆ। ਔਰ ਡਾਕਟਰ ਸਾਹਿਬ ਤੋਂ ਆਪਾਂ ਜਾਣਕਾਰੀ ਲਈ, ਡਾਕਟਰ ਸਾਹਿਬ ਇਹ ਕਿਹੋ ਜਿਹਾ ਰੁੱਖ ਹੈ ਜਿਹੜਾ ਇਸ ਸ਼ਰਧਾਂਜਲੀ ਮੌਕੇ ਲੋਕ ਜਾਗਰੂਕ ਲਹਿਰ ਚਲਾਈ ਜਾ ਰਹੀ ਹੈ? ਇਸ ਤਰ੍ਹਾਂ ਕਿ ਪਹਿਲੀ ਗੱਲ ਤਾਂ ਅਸੀਂ ਜਿਸ ਸੁਖਦੇਵ ਨੂੰ ਯਾਦ ਕੀਤਾ, ਅੱਜ ਅਸੀਂ ਉਹਦੀ ਵਿਚਾਰਧਾਰਾ ਨੂੰ, ਉਹਦੇ ਕੰਮਾਂ ਨੂੰ ਯਾਦ ਕਰ ਰਹੇ ਹਾਂ। ਜੋ ਕੁਝ ਜ਼ਿੰਦਗੀ ਪਰ ਉਸਨੇ ਕੀਤਾ, ਬਜਾਏ ਇਸ ਦੇ ਕਿਸੇ ਹੋਰ ਰਸਮ ਕਰਦੇ, ਉਹਦੀ ਬਜਾਏ ਉਹਦੇ ਵਿਚਾਰਾਂ ਨੂੰ ਤੇ ਉਹਦੇ ਕੰਮਾਂ ਦੀ ਜੋ ਹੁਣ ਮਹੱਤਤਾ ਹੈ, ਜੋ ਹੁਣ ਉਹਦੀ ਲੋੜ ਹੈ, ਉਹਨੂੰ ਯਾਦ ਕਰਦੇ ਹੋਏ ਅਸੀਂ ਅੱਜ ਕੱਲ੍ਹ ਦੇ ਹਾਲਾਤ ਵਿੱਚ ਲੋਕ ਜੋ ਕੁਝ ਕਰ ਰਹੇ ਹੈ, ਉਹਦੀ ਮਜ਼ਬੂਤੀ ਵਾਸਤੇ ਵੀ ਅੱਜ ਦਾ ਦਿਨ ਅਸੀਂ ਮਨਾ ਰਹੇ ਹਾਂ। ਇਸ ਕਰਕੇ ਇਹ ਜਿਹੜਾ ਮਨਾਉਣ ਦਾ ਤਰੀਕਾ ਹੈ, ਇਹ ਆਪਣੇ 'ਚ ਬਹੁਤ ਮਹੱਤਵਪੂਰਨ ਹੈ ਅਤੇ ਆਪਣੇ ਆਪ 'ਚ ਵਿਲੱਖਣ ਵੀ ਹੈ। ਤੁਸੀਂ ਗੱਲ ਕੀਤੀ ਹੈ ਕਿ 30 ਸਾਲ ਤੋਂ ਪਹਿਲਾਂ ਜਿਹੜੀਆਂ ਸਰਮੇ ਦੀਆਂ ਸਰਕਾਰਾਂ ਸੀ ਉਹ ਲੋਕ ਹਿੱਤ ਦੇ ਵਿੱਚ ਸੀਗੀਆਂ। 30 ਸਾਲ ਤੋਂ ਜਿਹੜਾ ਆ ਇਹ ਜਿਹੜੀਆਂ ਸਰਕਾਰਾਂ ਆ, ਇਹਨਾਂ ਨੇ ਲੋਕਾਂ ਨੂੰ ਲੁੱਟਣ ਕੁੱਟਣ ਅਤੇ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਸੀ ਉਹਨਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ, ਮੈਂ ਇਹ ਨਹੀਂ ਕਿਹਾ ਸੀਗਾ। ਮੈਂ 30 ਸਾਲ ਜ਼ਿਕਰ ਸਿਰਫ ਇਸ ਕਰਕੇ ਕੀਤਾ ਸੀ ਕਿ 91 ਤੋਂ ਨਵ ਉਦਾਰਵਾਦੀ ਨੀਤੀਆਂ ਜਿਹੜੀਆਂ ਸਾਮਰਾਜ ਦੇ ਕਹਿਣ ਸਿੱਧੇ ਤੌਰ 'ਤੇ ਲਾਗੂ ਕੀਤੀਆਂ, ਉਹ ਤੋਂ ਇਹ ਪ੍ਰੋਸੈਸ ਤੇਜ਼ ਹੋਇਆ। ਸਗੋਂ ਉਸ ਤੋਂ ਪਹਿਲਾਂ ਵੀ ਜੋ ਸਰਕਾਰਾਂ ਸੀਗੀਆਂ ਉਹ ਵੀ ਲੋਕ ਵਿਰੋਧੀ ਸਨ। ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ 75 ਦੇ ਵਿੱਚ, ਉਦੋਂ ਬਹੁਤ ਜ਼ੁਲਮ ਹੋਇਆ, ਧੱਕਾ ਹੋਇਆ। ਉਸ ਤੋਂ ਪਿੱਛੋਂ ਪੰਜਾਬ ਦੇ ਵਿੱਚ ਜਾਣ ਬੁੱਝ ਕੇ ਇੱਕ ਫਿਰਕੂ ਆਧਾਰ 'ਤੇ ਲੋਕਾਂ ਨੂੰ ਵੰਡਣ ਦੇ ਰਾਹ ਪਈ ਸਰਕਾਰ, ਜਿਹਦੇ ਕਰਕੇ ਇੱਥੇ ਖਾਲਿਸਤਾਨ ਦਹਿਸ਼ਤਗਰਦ ਦੇ ਦੌਰ ਚੱਲਿਆ। ਉਹਦੇ ਨਾਲ ਹਕੂਮਤੀ ਦਹਿਸ਼ਤਗਰਦੀ ਆਈ, ਇੱਕ ਉਹ ਸਮਾਂ ਦੇਖਿਆ। ਉਹ ਮਤਲਬ ਕੋਈ ਲੋਕ ਹਿੱਤੂ ਸਰਕਾਰਾਂ ਨਹੀਂ ਸਨ। ਸਿਰਫ ਇਹ ਗੱਲ ਹੈ ਕਿ ਜਿਹੜੀਆਂ ਹੁਣ ਨੀਤੀਆਂ ਲਾਗੂ ਕੀਤੀਆਂ 91 ਤੋਂ ਲੈ ਕੇ, ਜਦੋਂ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣਿਆ ਪਹਿਲੀ ਵਾਰ, ਉਸ ਨੇ ਉਸ ਪ੍ਰੋਸੈਸ ਨੂੰ ਜ਼ਿਆਦਾ ਤੇਜ਼ ਕੀਤਾ ਅਤੇ ਤੇਜ਼ ਕਰਕੇ ਇਹ ਸੰਕਟ ਜਿਹੜੀ ਰਫ਼ਤਾਰ ਹੈ ਵਧਣ ਦੀ, ਉਹ ਜ਼ਿਆਦਾ ਤੇਜ਼ ਹੋਈ। ਪੀਵੀ ਨਰਸਿਮਹਾ ਰਾਓ ਦੀ ਸਰਕਾਰ ਦੇ ਵਿੱਚ ਵੀ ਦਲਿਤ ਮੰਤਰੀ ਸੀ, ਦਲਿਤ MP ਸੀ, ਵੱਖ-ਵੱਖ ਸਟੇਟਾਂ ਦੇ ਵਿੱਚ ਦਲਿਤ MLA ਨੇ, ਕਿ ਮੁੱਖ ਮੰਤਰੀ ਵੀ ਨੇ। ਕੀ ਉਹਨਾਂ ਨੂੰ ਦਲਿਤਾਂ ਦੇ ਹੱਕਾਂ ਦੀ ਰਾਖੀ ਦੇ ਲਈ ਕੋਈ ਸਵਾਲ ਨਹੀਂ ਉਠਾਉਣੇ ਚਾਹੀਦੇ, ਜਾਂ ਉਹਨਾਂ ਨੂੰ ਕੁਛ ਕਰਨਾ ਨਹੀਂ ਚਾਹੀਦਾ? ਜਿਹੜੀ ਤੁਸੀਂ ਅੱਜ ਆਵਾਜ਼ ਉਠਾਈ ਆ ਦਲਿਤ ਵਰਗ ਦੇ ਲਈ ਕਿ ਉਹਨਾਂ ਦੇ ਨਾਲ ਅਤਿਆਚਾਰ ਹੁੰਦੇ ਆ, ਬੇਟੀਆਂ ਨਾਲ ਅਤਿਆਚਾਰ ਹੁੰਦੇ ਆ, ਕਿ ਉਹ ਜਿਹੜੇ MLA ਆ, ਉਹ ਜਿਹੜੇ MP ਆ, ਉਹ ਕਿਉਂ ਨਹੀਂ ਇਹ ਆਵਾਜ਼ ਉਠਾਉਂਦੇ? ਤੁਹਾਡੀਆਂ ਵੋਟਾਂ ਲੈ ਕੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਆ, ਉਹ ਤੁਹਾਡੀ ਆਵਾਜ਼ ਕਿਉਂ ਨਹੀਂ ਚੱਕਦੇ? ਮਤਲਬ ਕਿਹਾ ਇਹ ਸੀਗਾ ਵੀ ਜਿਹੜੇ ਇਹ ਨੁਮਾਇੰਦੇ ਬਣਦੇ ਆ, ਇਹ ਆਪਣੇ ਤੌਰ 'ਤੇ ਇਹਨਾਂ ਲੋਕਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਕੋਈ ਸਿਰਫ ਇਸ ਕਰਕੇ ਲੋਕ ਹਿੱਤੂ ਨਹੀਂ ਹੋ ਜਾਂਦਾ ਕਿ ਉਹ ਦਲਿਤ ਪਰਿਵਾਰ 'ਚ ਪੈਦਾ ਹੋਇਆ। ਜੇ ਉਹਦੇ ਹਿੱਤ ਜਿਵੇਂ ਉਸ ਦੇ ਹਿੱਤ ਬਣਾ ਲਏ ਆਪਣੇ, ਉਹ ਹਿੱਤ ਇਹਨਾਂ ਵੱਡੇ ਬੰਦਿਆਂ ਨਾਲ ਜੁੜਦੇ ਜਾ ਕੇ, ਉਹ ਜਿੱਥੇ ਮਰਜ਼ੀ ਪੈਦਾ ਹੋਇਆ ਹੋਵੇ, ਉਹ ਉਹਨਾਂ ਦੀ ਗੱਲ ਨਹੀਂ ਕਰੂਗਾ, ਸਗੋਂ ਆਪਣੇ ਇਹਨਾਂ ਹਾਕਮਾਂ ਦੀ ਗੱਲ ਕਰੂਗਾ। ਜਿਹੜੇ ਦਲਿਤ ਪਰਿਵਾਰਾਂ 'ਚ ਪੈਦਾ ਹੋਏ ਲੋਕ ਇਸ ਸਿਸਟਮ ਲੀਡਰਸ਼ਿਪ 'ਚ ਆਉਂਦੇ ਆ, ਉਹਨਾਂ ਦਾ ਕੋਈ ਵੀ ਨਾਂ ਹੋ ਸਕਦੇ ਆ, ਉਹਨਾਂ ਦੀ ਕੋਈ ਵੀ ਪਾਰਟੀ ਹੋ ਸਕਦੀ ਹੈ। ਉਹ ਲਗਭਗ ਸਾਰੇ ਹੀ ਸਿਰਫ ਆਪਣੀ ਇਸ ਦਲਿਤ ਪਛਾਣ ਨੂੰ ਆਪਣੀਆਂ ਵੋਟਾਂ ਲੈਣ ਵਾਸਤੇ ਇਸਤੇਮਾਲ ਕਰਦੇ ਆ। ਇਸ ਤੋਂ ਵੱਧ ਦਲਿਤ ਭਾਈਚਾਰੇ ਦਾ ਕੋਈ ਹਕੀਕੀ ਫਾਇਦਾ ਕਰ ਸਕਣ, ਇਹ ਨਾ ਉਹਨਾਂ ਦਾ ਪ੍ਰੋਗਰਾਮ ਹੁੰਦਾ ਅਤੇ ਨਾ ਇਸ ਰਾਹ ਚੱਲਦੇ। ਫਿਰ ਤੁਹਾਡੇ ਵਿਚਾਰਾਂ ਦੇ ਮੁਤਾਬਕ ਕੀ ਇਹ ਰਿਜ਼ਰਵੇਸ਼ਨ ਬੰਦ ਹੋਣੀ ਚਾਹੀਦੀ ਹੈ? ਦੇਖੋ, ਰਿਜ਼ਰਵੇਸ਼ਨ ਦਾ ਮਾਮਲਾ ਨਾ ਮੈਂ ਛੇੜਿਆ ਸੀ ਆਪਣੀ ਸਪੀਚ ਵਿੱਚ, ਨਾ ਮੇਰਾ ਜੋ ਇਰਾਦਾ ਸੀ ਇਸ ਗੱਲ ਕਰਨ ਦਾ, ਪਰ ਤੁਸੀਂ ਗੱਲ ਛੇੜ ਲਈ ਹੈ। ਇਹਦੇ ਕਈ ਪਿਛੋਕੜ ਪਏ ਆ। ਪਹਿਲਾ ਪਿਛੋਕੜ ਤਾਂ ਇਹ ਪਿਆ ਹੈਗਾ ਕਿ ਰਿਜ਼ਰਵੇਸ਼ਨ ਉਸ ਵੇਲੇ ਆਈ ਹੈ 47 ਤੋਂ ਪਹਿਲਾਂ, ਜਦੋਂ ਅੰਬੇਦਕਰ ਇੱਥੇ ਵੱਖਰੀ ਵੋਟ ਦਲਿਤਾਂ ਦੇ ਵਾਸਤੇ ਲੈਣ ਵਾਸਤੇ ਕੋਈ ਸਟਰਗਲ ਕਰ ਰਿਹਾ ਸੀ, ਜਿਹਦੇ ਖਿਲਾਫ ਮਹਾਤਮਾ ਗਾਂਧੀ ਨੇ ਵਰਤ ਰੱਖਿਆ ਸੀ। ਉਸ ਤੋਂ ਬਾਅਦ ਪੂਨਾ ਪੈਕਟ ਹੋਇਆ ਸੀ, ਇਹਦੀ ਡਿਟੇਲ 'ਚ ਮੈਂ ਨਹੀਂ ਜਾਵਾਂਗਾ। ਉਹ ਪੂਨਾ ਪੈਕਟ ਹੋਇਆ ਸੀ, ਉਸ ਵੇਲੇ ਪਹਿਲੀ ਰਿਜ਼ਰਵੇਸ਼ਨ ਆਈ ਹੈ। ਲੇਕਿਨ ਦੂਜੀ ਸੱਚਾਈ ਇਹ ਹੈ ਕਿ ਇਹਨੂੰ ਆਮ ਅੰਗਰੇਜ਼ੀ ਐਫਰਮੇਟਿਵ ਐਕਸ਼ਨ ਕਹਿੰਦੇ ਆ। ਐਫਰਮੇਟਿਵ ਐਕਸ਼ਨ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਦੱਬੇ ਕੁਚਲੇ ਵਰਗ ਦੀ ਮਦਦ ਦੇ ਵਾਸਤੇ, ਉਹਨੂੰ ਉਠਾਉਣ ਦੇ ਵਾਸਤੇ ਤੁਸੀਂ ਕੁਝ ਸਹੂਲਤਾਂ ਦਿੰਦੇ ਹੋ ਉਹਨਾਂ ਨੂੰ।
ਸੋ ਉਸ ਹੱਦ ਤੱਕ ਮੈਂ ਜ਼ਾਤੀ ਤੌਰ ਤੇ ਰਿਜ਼ਰਵੇਸ਼ਨ ਦੇ ਹੱਕ ਵਿੱਚ ਆ। ਪਹਿਲੀ ਗੱਲ। ਦੂਸਰੀ ਗੱਲ ਜਿਹੜੀ ਮੈਨੂੰ ਆਪ ਲੱਗਦੀ ਹੈ ਕਿ ਜਿਹੜਾ ਮੈਰਿਟ ਦਾ ਅਸੂਲ ਆ ਨਾ, ਕਿ ਕਿਹੜਾ ਬੰਦਾ ਮੈਰਿਟ 'ਚ ਅੱਗੇ ਹੈ, ਇਹ ਬਹੁਤ ਝੂਠਾ ਅਸੂਲ ਆਪਣੇ ਤੌਰ ਤੇ। ਤੁਸੀਂ 2 ਬੱਚੇ ਲਓ, 2 ਬੱਚਿਆਂ 'ਚ ਇੱਕ ਬੱਚਾ ਬਹੁਤ ਚੰਗੇ ਥਾਂ ਤੇ ਪੜ੍ਹਦਾ ਹੈ, ਹੁਣ ਬਹੁਤ ਸਹੂਲਤਾਂ ਮਿਲਦੀਆਂ, ਦੂਜਾ ਬੱਚਾ ਨੂੰ ਨਾ ਸਹੂਲਤ ਮਿਲਦੀ, ਨਾ ਚੰਗੇ ਥਾਂ ਤੇ ਪੜ੍ਹਦਾ ਉਹ, ਫਿਰ ਕਹੋ ਤੁਸੀਂ ਇੱਕ ਇਮਤਿਹਾਨ 'ਚ ਬੈਠ ਕੇ ਇੱਕੋ ਜਿਹੇ ਰਹਿ ਜਾਓ, ਕਿਵੇਂ ਇੱਕੋ ਜਿਹੇ ਰਹਿ ਜਾਓਗੇ ਤੁਸੀਂ। ਸੱਚਾਈ ਇਹ ਹੈ ਕਿ ਜਿਹੜੇ ਵੀ ਬੰਦੇ ਜਾਂ ਵਿਦਿਆਰਥੀ ਰਿਜ਼ਰਵੇਸ਼ਨ ਦੇ ਰਾਹੀਂ ਕਿਸੇ ਕਿੱਤੇ 'ਚ ਆਏ ਹੈ, ਉਹ ਆਪਣੇ ਕਿੱਤੇ 'ਚ ਓਨਾ ਹੀ ਕਾਮਯਾਬ ਹੋਏ ਹੈ ਜਿੰਨਾ ਬਾਕੀ ਕਾਮਯਾਬ ਹੁੰਦੇ ਰਹੇ ਹੈ, ਜਾਂ ਓਨਾ ਹੀ ਫੇਲ ਹੋਏ ਹੈ ਜਿੰਨਾ ਬਾਕੀ ਫੇਲ ਹੁੰਦੇ ਹੈ। ਸੋ ਇਹਦਾ ਮਤਲਬ ਕੋਈ ਮੈਰਿਟ ਦੇ ਨਾਲ, ਤੁਹਾਡੀ ਲਿਆਕਤ ਦੇ ਨਾਲ ਕੋਈ ਸੰਬੰਧ ਨਹੀਂ ਹੈ। ਆਪਣੇ ਤੌਰ ਤੇ ਆਪਾਂ ਰਿਜ਼ਰਵੇਸ਼ਨ ਹੋਣਾ ਇੱਕ ਹੋਰ ਆਪਾਂ ਹਰ ਮੰਚ ਦੇ ਉੱਤੇ ਹਰ ਇਨਸਾਨ ਇਹ ਗੱਲ ਕਰਦਾ ਬਰਾਬਰਤਾ ਦੀ। ਤੁਹਾਡੇ ਸ਼ਬਦਾਂ ਦੇ ਮੁਤਾਬਕ ਬਰਾਬਰਤਾ ਕਿਸ ਤਰੀਕੇ ਆ ਸਕਦੀ ਹੈ? ਬਰਾਬਰਤਾ ਇਹੀ ਜਿਹੜੀ ਮੈਂ ਕਹਿ ਕੇ ਹੈਗਾ ਤੁਹਾਨੂੰ, ਫਰਜ਼ ਕਰੋ ਕਿ ਜਿਹੜੀ ਸੰਪਤੀ ਲੋਕ ਪੈਦਾ ਕਰਦੇ ਹੈ, ਉਹ ਸੰਪਤੀ ਤੇ ਲੋਕਾਂ ਦਾ ਆਪਣੀ ਸਰਦਾਰੀ ਹੋਵੇ, ਲੋਕਾਂ ਦਾ ਆਪਣਾ ਹੱਕ ਹੋਵੇ। ਤੇ ਜਦੋਂ ਉਹਨਾਂ ਦਾ ਹੱਕ ਆਊਗਾ, ਜਦੋਂ ਆਪਣੀ ਕਿਰਤ ਦੇ ਖੁਦ ਮਾਲਕ ਹੋਣਗੇ ਉਹ, ਤੇ ਉਹਨਾਂ ਦੀ ਕਿਰਤ ਨੂੰ ਲੁੱਟੇ ਨਾ ਕੋਈ ਆਪਣੇ ਤੌਰ ਤੇ ਕੁਦਰਤੀ ਗੱਲ ਹੈ ਕਿ ਉਹ ਫਿਰ ਬਰਾਬਰੀ ਵਾਲਾ ਸਮਾਜ ਬਣਦਾ। ਨੰਬਰ 1। ਨੰਬਰ 2, ਆਮ ਤੌਰ ਤੇ ਇਤਿਹਾਸ ਦੇ ਵਿੱਚ ਰੰਗ ਦੇ ਆਧਾਰ ਤੇ, ਜਾਤ ਦੇ ਆਧਾਰ ਤੇ ਬੜਾ ਕੁਝ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ, ਨੀਵਾਂ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹਦਾ ਲੋਕਾਂ ਦੀ ਕਿਰਤ ਦੇ ਇਤਿਹਾਸ ਨਾਲ ਕੋਈ ਸੰਬੰਧ ਨਹੀਂ ਹੁੰਦਾ। ਜਿਹੜਾ ਇਤਿਹਾਸ ਆਪਣੇ ਤੌਰ ਤੇ ਕਿਰਤ ਦਾ ਇਤਿਹਾਸ ਹੈ, ਉਹਦੇ ਨਾਲ ਸੰਬੰਧ ਨਹੀਂ ਹੁੰਦਾ। ਇਹ ਸਿਰਫ ਉਹ ਲੋਕ ਪੈਦਾ ਕਰਦੇ ਆ ਜਿਹੜੇ ਲੋਕ ਇਸ ਦੇ ਸਿਰ ਤੇ ਰਾਜ ਕਰਨਾ ਚਾਹੁੰਦੇ ਆ। ਸੋ ਉਸ ਕਰਕੇ ਮੈਂ ਤੁਹਾਨੂੰ ਇੱਥੇ ਰੋਕਦਾ। ਜੇ ਸਾਡੇ ਚੁਣੇ ਹੋਏ MP ਦਲਿਤ MP, ਮੈਂ ਸ਼ੁੱਧ ਸ਼ਬਦਾਂ ਦੀ ਗੱਲ ਕਰਦਾ, ਚੁਣੇ ਹੋਏ MLA ਦਲਿਤ, ਜੇ ਇਹ ਆਪਣੇ ਸਮਾਜ ਦੇ ਲਈ ਬਰਾਬਰਤਾ ਦਾ ਹੱਕ ਉੱਥੇ ਜਾ ਕੇ ਨਹੀਂ ਮੰਗ ਸਕਦੇ, ਫਿਰ ਅਸੀਂ ਉਹ ਬਰਾਬਰਤਾ ਕਿਸ ਤਰੀਕੇ ਪ੍ਰਾਪਤ ਕਰ ਸਕਦੇ ਹਾਂ? ਮੇਰਾ ਵਿਚਾਰ ਇਹ ਹੈ। ਬਲਕਿ ਮੈਂ ਇਹੀ ਕਹਿਣਾ ਚਾਹੁੰਦਾ, ਉਹਦੇ ਵਾਸਤੇ ਲੋੜ ਇਸ ਗੱਲ ਦੀ ਹੈ ਕਿ ਤੁਸੀਂ ਆਪਣੀਆਂ ਪਛਾਣਾਂ ਤੋਂ ਉੱਪਰ ਉੱਠ ਕੇ, ਜਿੱਥੇ ਪਛਾਣ ਦੇ ਆਧਾਰ ਤੇ ਤੁਹਾਡੇ ਨਾਲ ਧੱਕਾ ਹੁੰਦਾ ਹੈ, ਜਿਸ ਨਾਲ ਹਾਥਰਸ 'ਚ ਹੋਇਆ ਫਰਜ਼ ਕਰੋ, ਉਸ ਧੱਕੇ ਦੇ ਖਿਲਾਫ ਜਿਹੜਾ ਵੀ ਸਮਝਦਾਰ ਵਿਅਕਤੀ ਜਾਂ ਸਮੂਹ ਹੈ, ਚਾਹੇ ਉਹ ਕਿਸੇ ਵੀ ਜਾਤ ਨਾਲ, ਧਰਮ ਨਾਲ ਸੰਬੰਧਿਤ ਹੋਵੇ, ਉਹਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਪਹਿਲੀ ਗੱਲ। ਦੂਸਰੀ ਗੱਲ, ਅਗਰ ਅਸੀਂ ਜੋ ਦਲਿਤਾਂ ਤੇ ਜ਼ੁਲਮ ਹੁਣ ਹੋ ਰਹੇ ਹੈ ਇਸ ਵੇਲੇ, ਜਾਂ ਪਿਛਲੇ ਬਹੁਤ ਵਰ੍ਹਿਆਂ ਤੋਂ ਹੋ ਰਹੇ ਹੈ, ਅਗਰ ਰੋਕਣਾ ਉਸ ਗੱਲ ਨੂੰ, ਤੇ ਉਹਦੇ ਵਾਸਤੇ ਤੁਹਾਡੀ ਕਿਰਤ ਦੇ ਆਧਾਰ ਤੇ ਜੋ ਏਕਾ ਬਣਨਾ ਬਾਕੀ ਕਿਰਤੀ ਲੋਕਾਂ ਦੇ ਨਾਲ, ਅਗਰ ਉਹ ਏਕਾ ਮਜ਼ਬੂਤ ਹੋਊਗਾ ਤੇ ਉਹਦੇ ਵਿੱਚੋਂ ਜੋ ਬਰਾਬਰੀ ਸੰਕਲਪ ਬਾਹਰ ਆਊਗਾ, ਉਸ ਸੰਕਲਪ ਦੇ ਵਿੱਚੋਂ ਹੀ ਤੁਸੀਂ ਜਿਹੜੇ ਜ਼ੁਲਮ ਹੋ ਰਹੇ ਉਸ ਨੂੰ ਰੋਕ ਸਕਦੇ ਹੋ। ਜੇ ਇਸ ਤਰੀਕੇ ਤੁਸੀਂ ਗੱਲ ਕੀਤੀ ਆ ਕਿ ਪਿਛਲੇ ਕਾਫੀ ਸਮੇਂ ਤੋਂ ਦਲਿਤਾਂ ਦੇ ਨਾਲ ਧੱਕਾ ਹੁੰਦਾ ਆ, ਕਿ ਜਿਹੜੀ ਰਿਜ਼ਰਵੇਸ਼ਨ 70 ਸਾਲ ਤੋਂ ਪੰਜਾਬ ਦੇ ਵਿੱਚ ਚੱਲ ਰਹੀ ਆ, ਕੀ ਉਹ ਜਨਰਲ ਵਰਗ ਦੇ ਨਾਲ ਨਹੀਂ ਧੱਕਾ ਹੋ ਰਿਹਾ? ਦੇਖੋ, ਇਹ ਐਵੇਂ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਤਲਬ ਮੈਂ ਤੁਹਾਨੂੰ ਵੀ ਇਸ ਵੇਲੇ ਅੰਕੜੇ ਕੱਢ ਲਓ, ਅੰਕੜੇ ਦੱਸਦੇ ਆ ਵੀ ਜਿੰਨੀ ਰਿਜ਼ਰਵੇਸ਼ਨ ਤੁਹਾਨੂੰ ਕਾਗਜ਼ਾਂ 'ਚ ਮਿਲੀ ਹੈ, ਕੀ ਉਹ ਰਿਜ਼ਰਵੇਸ਼ਨ ਦਲਿਤਾਂ ਕੋਲ ਆ ਗਈ? ਨਹੀਂ ਆਈ ਹੋਈ, ਉਹ ਖਾਲੀ ਰਹੇ ਸੀਟਾਂ ਦੇ ਵਿੱਚੋਂ। ਇਹਦਾ ਮਤਲਬ ਇੰਨੇ ਸਾਲਾਂ ਬਾਅਦ ਵੀ ਜਿਹੜਾ ਅਸਲ ਦਲਿਤ ਹੈ ਪੰਜਾਬ ਦਾ ਜਾਂ ਹਿੰਦੁਸਤਾਨ ਦਾ, ਉਹ ਉਸ ਜਿਲ੍ਹੜ 'ਚ ਬੈਠਾ, ਕਿਉਂਕਿ ਜਿਲ੍ਹੜ 'ਚ ਰੱਖਿਆ ਗਿਆ ਉਸਨੂੰ। ਉਹ ਰੱਖਿਆ ਇਸ ਕਰਕੇ ਗਿਆ, ਜਿਹੜੇ ਇਹਨਾਂ ਦੇ ਨਾਂ ਲੈ ਕੇ ਹਕੂਮਤ 'ਚ ਆਉਣਾ ਚਾਹੁੰਦੇ ਆ, ਉਹਨੂੰ ਲੱਗਦਾ ਵੀ ਇਸ ਤਰ੍ਹਾਂ ਰਹਿਣ, ਇਹ ਸਾਡੀ ਵੋਟ ਬੈਂਕ ਪੱਕਾ ਰਹੇ, ਅਸੀਂ ਕਾਮਯਾਬ ਹੋ ਜਾਈਏ। ਅਦਰਵਾਈਜ਼ ਇਹ ਹੈ ਕਿ ਮੈਂ ਤੁਹਾਨੂੰ ਦੱਸਦਾ, ਹਜੇ ਵੀ 70 ਸਾਲ ਹੋ ਗਏ ਹਿੰਦੁਸਤਾਨ ਜਿਹੜਾ IAS ਤੇ IPS ਹੈ, ਉਹਦੇ ਵਿੱਚ ਜਿੰਨੀ ਰਿਜ਼ਰਵੇਸ਼ਨ ਦਲਿਤ ਆਉਣੀ ਚਾਹੀਦੀ ਉਹ ਨਹੀਂ ਭਰਦੇ। ਜਿਹੜੀਆਂ ਸੀਟਾਂ ਡਾਕਟਰੀ ਦੇ ਨਹੀਂ ਭਰਦੀਆਂ, ਉਹ ਖਾਲੀ ਰਹਿ ਜਾਂਦੀਆਂ। ਸੋ ਇਸ ਕਰਕੇ ਕੋਈ ਮਸਲਾ ਨਹੀਂ, ਕਿਸੇ ਦਾ ਧੱਕਾ ਹੋ ਰਿਹਾ ਨਹੀਂ ਹੋ ਰਿਹਾ। ਇਹ ਫਿਰ ਭਰਾ ਮਾਰੂ ਨੀਤੀ ਹੋ ਗਈ, ਇੱਕ ਭਰਾ ਫਿਰ ਦੂਸਰੇ ਭਰਾ ਨੂੰ ਮਾਰਦਾ, ਕਿ ਉਹਨੂੰ ਬਰਾਬਰ ਕੋਈ ਮਾਰਦਾ ਨਹੀਂ ਹੈ। ਸਿਰਫ ਇਹ ਹੁੰਦਾ ਕਿ ਜਿਹੜਾ ਬੰਦਾ ਕਮਜ਼ੋਰ ਆ, ਅਗਰ ਉਸਨੂੰ ਕੁਛ ਸਹੂਲਤ ਦੇ ਦਿਓ, ਉਹ ਸਹੂਲਤ ਦੇ ਤੌਰ ਤੇ ਜੇ ਅਗਰ ਉਹ ਤਰੱਕੀ ਕਰ ਜੇ ਆਪਣੇ ਤੌਰ ਤੇ ਉਹ ਆਪਣੇ ਤੌਰ ਤੇ ਰਿਜ਼ਰਵੇਸ਼ਨ ਖਤਮ ਕਰਨਾ ਰਾਹ ਚੱਲੂਗਾ। ਲੇਕਿਨ ਉਹ ਖਤਮ ਇਸ ਕਰਕੇ ਨਹੀਂ ਹੋ ਰਹੀ
ਕਿ ਜਿੰਨਾ ਕੁਝ ਮਿਲਣਾ ਚਾਹੀਦਾ ਸੀ ਉਹ ਤਾਂ ਮਿਲਿਆ ਨਹੀਂ ਗਾ ਅਸਲ ਵਿੱਚ। ਹਜੇ ਤੱਕ ਵੀ ਤੁਹਾਡਾ ਸਾਰਾ ਜਿਹੜਾ ਜ਼ੋਰ ਹੈ ਉਹ ਜਿਹੜੇ ਸਵਰਨ ਹੈਗੇ ਆ ਉਹ ਸਵਰਨਾਂ ਕੋਲ ਹੀ ਤਾਕਤ ਆ ਸਾਰੀ ਹਜੇ ਤੱਕ ਵੀ। ਲੇਕਿਨ ਉਹ ਤਾਕਤ ਤੁਸੀਂ ਖੋ ਨਹੀਂ ਸਕਦੇ ਸਿਰਫ ਦਲਿਤਾਂ ਦੀ ਪਛਾਣ ਦੇ ਵਿੱਚੋਂ। ਉਹਦੇ ਵਾਸਤੇ ਤੁਹਾਨੂੰ ਬਾਕੀ ਕਿਰਤੀ ਲੋਕਾਂ ਦੇ ਨਾਲ ਮਤਲਬ ਇਕੱਠੇ ਚੱਲ ਕੇ ਉਹਨਾਂ ਨੇ ਆਪਣੇ ਤੋਂ ਸਾਰਾ ਕੁਝ ਕਰਕੇ ਸਮਝੌਤੇ ਕਰਕੇ ਏਕਾ ਕਰਕੇ ਤੇ ਕਿਰਤ ਦੇ ਆਧਾਰ 'ਤੇ ਜੇ ਬਰਾਬਰੀ ਬਣਨੀ ਹੈ ਨਾ ਉਹਦੇ ਵਿੱਚੋਂ ਫਰਕ ਪੈਣਾ। ਬਸ ਮੇਰਾ ਖਿਆਲ ਬਹੁਤ ਹੋ ਗਿਆ ਨਾ। ਇੱਕ ਸਵਾਲ ਹੈਗਾ ਕਿ ਜਿਹੜੀ ਰਿਜ਼ਰਵੇਸ਼ਨ ਆ ਸਭ ਤੋਂ ਪਹਿਲਾਂ ਉਹ ਕਿੰਨੀ ਦੇਰ ਲਈ ਦਿੱਤੀ ਗਈ ਸੀ ਕਿ ਉਸ ਤੋਂ ਬਾਅਦ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆਉਂਦੀਆਂ ਗਈਆਂ ਉਹ ਸਿਰਫ ਉਹਨਾਂ ਨੇ ਇਸ ਨੂੰ ਵੋਟ ਬੈਂਕ ਦੇ ਲਈ ਯੂਜ਼ ਕੀਤਾ? ਉਹ ਕਰਦੀਆਂ ਵੋਟ ਬੈਂਕ ਲਈ। ਇਹ ਸਵਾਲ ਇਮੈਟੀਰੀਅਲ ਹੈ, ਇਸ ਸਵਾਲ ਦਾ ਕੋਈ ਕੰਮ ਨਹੀਂ ਹੈਗਾ। ਮੈਂ ਤਾਂ ਪਹਿਲਾਂ ਕਹਿ ਚੁੱਕਿਆ ਵੀ ਇੰਨੇ ਸਾਲ ਚੱਲਣ ਦੇ ਬਾਵਜੂਦ ਉਹ ਸੀਟਾਂ ਤਾਂ ਖਾਲੀ ਪਈਆਂ ਰਹਿੰਦੀਆਂ, ਦਲਿਤ ਤਾਂ ਫਿਰ ਉਸ ਤੋਂ ਬਾਹਰ ਬੈਠੇ ਰਹਿੰਦੇ। ਉਹ ਇਸ ਕਰਕੇ ਇਹ ਕੋਈ ਸਵਾਲ ਆਪਣੇ ਤਰ੍ਹਾਂ ਤਾਂ ਬਣਦਾ ਨਹੀਂ ਹੈ। ਸਿਰਫ ਇਹ ਜਿਹੜੇ ਬੰਦੇ ਰਿਜ਼ਰਵੇਸ਼ਨ ਨੂੰ ਇੱਕ ਹਊਆ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹੈ ਇਹ ਸਿਰਫ ਉਹਨਾਂ ਦਾ ਪੈਦਾ ਕੀਤਾ ਸਵਾਲ ਹੈ। ਅਤੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 99 ਦੇ ਵਿੱਚ ਸਭ ਤੋਂ ਜ਼ਿਆਦਾ ਇਸ ਨੂੰ BJP ਨੇ ਹਊਆ ਬਣਾਇਆ, ਜਿਹੜੀ ਇਸ ਵੇਲੇ ਹਕੂਮਤ ਕਰ ਰਹੀ ਹੈ। ਉਹਨਾਂ ਨੇ ਹਊਆ ਬਣਾਇਆ ਸੀ। ਇਹ ਐਕਚੁਅਲੀ ਇਹ ਨੌਨ ਇਸ਼ੂਜ਼ ਹੈ ਸਿਰਫ ਤੇ ਸਿਰਫ ਲੋਕਾਂ ਦੇ ਆਪਣੀ ਏਕ ਰੋਕਣ ਦੇ ਵਾਸਤੇ। ਮਿਹਰਬਾਨੀ ਤੁਹਾਡੀ ਬਹੁਤ ਹੈ। ਓਕੇ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਮੇਰੇ ਨਾਲ ਦੇਖਦੇ ਰਹੋ NKN TV। ਕੈਮਰਾਮੈਨ ਅਰਮਾਨ ਬੁਰਜ ਦੇ ਨਾਲ। ਇਹ ਪਾਣੀ ਦੀ ਹੈ ਫਿਤਰਤ, ਮੇਰਾ ਘਰ ਢਾਹ ਗਿਆ ਸਾਵਣ ਮੇਰਾ ਜਦ ਘਰ ਹੀ ਕੱਚਾ ਸੀ। ਕਿਸੇ ਦੀ ਅਣਖ ਨੂੰ ਵੰਗਾਰਨਾ ਚੰਗਾ ਨਹੀਂ ਹੁੰਦਾ। ਜੇ ਡੂੰਘਾ ਸੋਚੀਏ ਤਾਂ ਆਪਣੀ ਥਾਂ ਰਾਵਣ ਵੀ ਸੱਚਾ ਸੀ। ਜੇ ਡੂੰਘਾ ਸੋਚੀਏ ਤਾਂ ਆਪਣੀ ਥਾਂ ਰਾਵਣ ਵੀ ਸੱਚਾ ਸੀ। ਨਦੀ ਨੂੰ ਪਾਰ, ਇੱਕ ਸ਼ੇਰ ਤੋਂ ਬਾਅਦ ਕਲਾਮ ਪੇਸ਼ ਹੈ ਜੀ। ਨਦੀ ਨੂੰ ਪਾਰ ਕਰਦਾ ਸ਼ਖਸ ਜਿਹੜਾ ਡੁੱਬ ਗਿਆ ਰਾਤੀ। ਨਦੀ ਨੂੰ ਪਾਰ ਕਰਦਾ ਸ਼ਖਸ ਜਿਹੜਾ ਡੁੱਬ ਗਿਆ ਰਾਤੀ। ਉਹ ਡੂੰਘੇ ਪਾਣੀਆਂ ਅੰਦਰ ਕਦੇ ਨਹੀਂ ਉਤਰਿਆ ਹੋਣਾ। ਤੁਹਾਡੀ ਢਹਿ ਗਈ ਲਾਕਾਂ ਨੂੰ ਦੇਖਣ ਤੋਂ ਇਹ ਲੱਗਦਾ ਹੈ ਤੁਹਾਡੇ ਘਰ ਚੋਂ ਵੀ ਕੋਈ ਭਵਿੱਖਣ ਨਿਕਲਿਆ ਹੋਣਾ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਸੁਖਦੇਵ ਸਿੰਘ ਜੀ ਰੈਪਰ ਡੱਬਾ ਜਿਹੜੀਆਂ ਮਸ਼ਾਲਾਂ ਸਾਨੂੰ ਫੜਾ ਕੇ ਗਏ ਨੇ ਬਾਲ ਕੇ, ਅਸੀਂ ਅੱਜ ਵਾਅਦਾ ਕਰਦੇ ਹਾਂ ਕਿ ਉਹ ਮਸ਼ਾਲਾਂ ਹਮੇਸ਼ਾ ਅਸੀਂ ਮਗਦੀਆਂ ਰੱਖਾਂਗੇ। ਕਲਾਮ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਅੰਗਾਰਾਂ ਤੇ ਕਦਮ ਰੱਖਣਾ, ਅੰਗਾਰਾਂ ਤੇ ਕਦਮ ਰੱਖਣਾ, ਅੰਗਾਰਾਂ ਤੇ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਹਨੇਰੀ ਕਾਲੀ ਆਏਗੀ ਕਿ ਗਰਦਿਸ਼ ਉੜਦੀ ਜਾਏਗੀ। ਘਟਾਵਾਂ ਨੇ ਵੀ ਆਉਣਾ ਹੈ ਕਿ ਝਖੜਾ ਕਹਿਰ ਮਚਾਉਣਾ ਹੈ। ਬਿਜਲੀ ਹੋਰ ਵੀ ਕੜਕੇਗੀ, ਝੰਡੇ ਦੀ ਕੰਡੇ ਦੀ ਚੋਭ ਵੀ ਰੜਕੇਗੀ। ਬਥੇਰਾ ਕੂੜ ਪਸਾਰਾ ਹੈ ਅਜੇ ਤਾਂ ਦੂਰ ਕਿਨਾਰਾ ਹੈ। ਬੇਰਾਇਆ ਅੱਕ ਨਹੀਂ ਜਾਣਾ, ਬੇ ਅੜਿਆ ਥੱਕ ਨਹੀਂ ਜਾਣਾ। ਅਜੇ ਤਾਂ ਪੰਦਨ ਮੇਰਾ ਹੈ, ਅਜੇ ਪ੍ਰਭਾਤ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਕਾਫਲਾ ਚੱਲਦਾ ਆਇਆ ਹੈ ਕਦੇ ਵੀ ਨਾ ਘਬਰਾਇਆ ਹੈ। ਸਿਦਕ ਨੂੰ ਜਦ ਅਜਮਾਇਆ ਹੈ ਹੱਸ ਕੇ ਸੀਸ ਕਟਾਇਆ ਹੈ। ਉਹ ਭਾਵੇਂ ਜਲਿਆਂ ਵਾਲਾ ਹੈ, ਉਹ ਭਾਵੇਂ ਸੇਵੇ ਵਾਲਾ ਹੈ। ਉਹ ਖੂਨੀ ਡੈਰ ਨਹੀਂ ਬਦਲੇ, ਉਹ ਗੰਦੇ ਪੈਰ ਨਹੀਂ ਬਦਲੇ। ਲੋਕਾਂ ਤੇ ਕਹਿਰ ਮਚਾਉਂਦੇ ਨੇ, ਉਹ ਖੂਨੀ ਕਾਂਡ ਰਚਾਉਂਦੇ ਨੇ। ਜਦੋਂ ਤੱਕ ਇਹਨਾਂ ਡਾਇਰਾਂ ਦੀ ਬੇਰਾਇਆ ਜਾਤ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤੱਕ ਰਾਤ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਉਹ ਕੂੜ ਫਲਾਉਣਾ ਚਾਹੁੰਦੇ ਨੇ ਸੱਚ ਦਬਾਉਣਾ ਚਾਹੁੰਦੇ ਨੇ ਫੇਰ ਚੜ ਬਾਬਰ ਆਏ ਨੇ ਗੋਲੀਆਂ ਬੰਬ ਭਰਾਏ ਨੇ ਕਾਲਜ ਪਿੰਡਾਂ ਸ਼ਹਿਰਾਂ ਨੇ ਉੱਠਣਾ ਹੱਕੀ ਲਹਿਰਾਂ ਨੇ ਸਮੇਂ ਨੂੰ ਲਾਲ ਲੋੜੀਂਦੇ ਨੇਕ ਜਗਪਾਲ ਲੋੜੀਂਦੇ ਜਿਉਂਦੇ ਕਦਰੀ ਬਾਬੇ ਨੇ ਜੂਝਦੇ ਭਗਤ ਸਰਾਬੇ ਨੇ ਸੂਰਜਾਂ ਮਗਦੇ ਰਹਿਣਾ ਹੋ ਜੋ ਹਾਲੇ ਬਾਤ ਬਾਕੀ ਹੈ ਸੂਰਜਾਂ ਮਗਦੇ ਰਹਿਣਾ ਹੈ ਜੇ ਹਾਲੇ ਰਾਤ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਅੰਗਾਰਾਂ ਤੇ ਕਦਮ ਰੱਖਣਾ ਅੰਗਾਰਾਂ ਤੇ ਕਦਮ ਰੱਖਣਾ ਅੰਗਾਰਾਂ ਤੇ ਕਦਮ ਰੱਖਣਾ ਜਦੋਂ ਤੱਕ ਵਾਟ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਜਦੋਂ ਤੱਕ ਰਾਤ ਬਾਕੀ ਹੈ ਜਦੋਂ ਤੱਕ ਰਾਤ ਬਾਕੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਹਮਣੇ ਸੁਖਦੇਵ ਸਿੰਘ ਰਾਏਪੁਰ ਡੱਬਾ ਜੀ ਨੂੰ ਸਮਰਪਿਤ ਗੀਤ ਪੇਸ਼ ਕਰਾਂਗੀ। ਅਸੀਂ ਚਿੱਟੇ ਕਬੂਤਰ ਅਮਨ ਦੇ ਉੱਡ ਜਾਈਏ ਦੇਸ਼ ਵਿਦੇਸ਼ ਅਸੀਂ ਚਿੱਟੇ ਕਬੂਤਰ ਅਮਨ ਦੇ ਉੱਡ ਜਾਈਏ ਦੇਸ਼ ਵਿਦੇਸ਼ ਅਸੀਂ ਉੱਡ ਕੇ ਜਿੱਥੇ ਬੈਠਦੇ ਅਸੀਂ ਉੱਡ ਕੇ ਜਿੱਥੇ ਬੈਠਦੇ ਦਈਏ ਸ਼ਾਂਤੀ ਦਾ ਸੰਦੇਸ਼ ਅਸੀਂ ਚਿੱਟੇ ਕਬੂਤਰ ਅਮਨ ਦੇ ਉੱਡ ਜਾਈਏ ਦੇਸ਼ ਵਿਦੇਸ਼ ਅਸੀਂ ਲੰਬੀ ਉਡਾਰੀ ਮਾਰਦੇ ਉੱਡ ਜਾਈਏ ਅਧ ਅਸਮਾਨ ਅਸੀਂ ਲੰਬੀ ਉਡਾਰੀ ਮਾਰਦੇ ਉੱਡ ਜਾਈਏ ਅਧ ਅਸਮਾਨ ਉੱਤੋਂ ਜਦ ਥੱਲੇ ਵੇਖੀਏ ਉੱਤੋਂ ਜਦ ਥੱਲੇ ਵੇਖੀਏ ਸਭ ਲੱਗਦਾ ਇੱਕ ਜਹਾਨ ਸਰਹੱਦ ਦੀ ਕਿਤੇ ਲਕੀਰ ਨਾ ਦੇਸ ਤੇ ਨਾ ਪਰਦੇਸ ਅਸੀਂ ਚਿੱਟੇ ਕਬੂਤਰ ਅਮਨ ਦੇ ਉੱਡ ਜਾਈਏ ਦੇਸ਼ ਵਿਦੇਸ਼ ਅਸੀਂ ਚਿੱਟੇ ਕਬੂਤਰ ਅਮਨ ਦੇ ਉੱਡ ਜਾਈਏ ਦੇਸ਼ ਵਿਦੇਸ਼ ਇਨਸਾਨਾਂ ਵਿੱਚ ਉਸਾਰੀ ਹੈ ਨਾ ਨਫ਼ਰਤ ਦੀ ਦੀਵਾਰ ਇਨਸਾਨਾਂ ਵਿੱਚ ਉਸਾਰੀ ਹੈ ਨਾ ਨਫ਼ਰਤ ਦੀ ਦੀਵਾਰ ਲੱਛਣ ਜੇ ਪੈੜੇ ਛੱਡੇ ਨਾ ਲੱਛਣ ਜੇ ਪੈੜੇ ਛੱਡੇ ਨਾ ਹੋਵਾਂਗੇ ਬੜੇ ਖੁਆਰ ਕੋਈ ਚਾਰਾ ਐਸਾ ਕਰ ਲਵੋ ਮਿਟ ਜਾਵਣ ਸਭ ਕਲੇਸ਼ ਅਸੀਂ ਚਿੱਟੇ ਕਬੂਤਰ ਅਮਨ ਦੇ ਉੱਡ ਜਾਈਏ ਦੇਸ਼ ਵਿਦੇਸ਼ ਅਸੀਂ ਚਿੱਟੇ ਕਬੂਤਰ ਅਮਨ ਦੇ ਉੱਡ ਜਾਈਏ ਦੇਸ਼ ਵਿਦੇਸ਼ ਛੱਡੋ ਝਗੜੇ ਰੰਗ ਨਸਲ ਦੇ ਅਖੌਤੀ ਧਰਮ ਤੇ ਜਾਤ ਛੱਡੋ ਝਗੜੇ ਰੰਗ ਨਸਲ ਦੇ ਅਖੌਤੀ ਧਰਮ ਤੇ ਜਾਤ ਜਿਸ ਵਿੱਚ ਭਲਾ ਹੈ ਸਭ ਦਾ ਜਿਸ ਵਿੱਚ ਭਲਾ ਹੈ ਸਭ ਦਾ ਆਓ ਕਰੀਏ ਐਸੀ ਬਾਤ ਦੁਨੀਆ ਵਿੱਚ ਕਿਸੇ ਮਨੁੱਖ ਨੂੰ ਨਾ ਲੱਗੇ ਕੋਈ ਠੇਸ ਅਸੀਂ ਚਿੱਟੇ ਕਬੂਤਰ ਅਮਨ ਦੇ ਉੱਡ ਜਾਈਏ ਦੇਸ਼ ਵਿਦੇਸ਼ ਅਸੀਂ ਉੱਡ ਕੇ ਜਿੱਥੇ ਬੈਠੇ
ਅਸੀਂ ਉੱਠ ਕੇ ਜਿੱਥੇ ਬੈਠਦੇ ਦਈਏ ਸ਼ਾਂਤੀ ਦਾ ਸੰਦੇਸ਼ ਅਸੀਂ ਚਿੱਟੇ ਕਬੂਤਰ ਅਮਨ ਦੇ ਉੱਡ ਜਾਈਏ ਦੇਸ਼ ਵਿਦੇਸ਼। ਧੰਨਵਾਦ।